ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ। ਦੁਆਬੇ ਵਿੱਚ ਭਾਵ ਜ਼ਿਲ੍ਹਾ ਹੁਸ਼ਿਆਰਪੁਰ ਦੀ ਧਰਤੀ ਸੀਰੋਵਾਲ ਸੰਗਿਆਂ ਦਾ ਜੋ ਇਲਾਕਾ ਹੈ, ਇਸ ਇਲਾਕੇ ਵਿੱਚ ਅੰਬਾਂ ਦਾ ਫਲ ਬਹੁਤ ਲੱਗਦਾ ਹੈ। ਇੱਥੋਂ ਦੇ ਵਸਨੀਕ ਵੀ ਨਰਮ ਤਬੀਅਤ ਦੇ ਤੇ ਸੰਤ ਸੇਵੀ ਲੋਕ ਹਨ। ਇਸ ਇਲਾਕੇ ਵਿੱਚ ਪੂਜਨੀय ਅਸਥਾਨ ਵੀ ਬਹੁਤ ਹਨ, ਜਿਵੇਂ ਡੇਰਾ ਸਤਗੜ੍ਹ ਸੰਤ ਬਾਬਾ ਜਵਾਲਾ ਸਿੰਘ ਜੀ ਦਾ ਅਸਥਾਨ ਹੈ, ਜਿਆਣ ਬਾਬਾ ਹਰਨਾਮ ਸਿੰਘ ਜੀ ਦਾ ਅਸਥਾਨ ਹੈ, ਕਹਾਰਪੁਰ ਸੰਤ ਬਾਬਾ ਹਰੀ ਸਿੰਘ ਜੀ ਦਾ, ਬਿਲਾਸਪੁਰ ਬਾਬਾ ਸੰਪੂਰਨ ਸਿੰਘ ਜੀ ਦਾ ਤੇ ਬਾਬਾ ਨਾਥ ਜੀ ਦਾ ਬੂਥਗੜ੍ਹ ਵਿੱਚ ਸਥਾਨ ਹੈ। ਬਿਹਾਲੇ ਬਾਬਾ ਹੀਰਾ ਸਿੰਘ ਜੀ ਤਪਸਵੀ ਜੀ ਦਾ ਅਸਥਾਨ ਹੈ। ਇਹ ਸਾਰੇ ਹੀ ਤਪਸਵੀ ਅਕਾਲ ਪੁਰਖ ਦੇ ਹੁਕਮ ਨਾਲ ਇਸ ਸੰਸਾਰ ਤੇ ਆਏ ਤੇ ਵੱਖ-ਵੱਖ ਥਾਵਾਂ ਤੇ ਆ ਕੇ ਭਗਤੀ ਕੀਤੀ। ਇਹ ਸਾਰੇ ਹੀ ਸੰਤ ਮਹਾਪੁਰਸ਼ ਹੁਣ ਵੀ ਆਏ ਗਏ ਸ਼ਰਧਾਲੂ ਯਾਤਰੂਆਂ ਨੂੰ ਹਰ ਤਰ੍ਹਾਂ ਦਾ ਆਰਾਮ ਦਿੰਦੇ ਹਨ ਤੇ ਸਾਰੇ ਹੀ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ। ਇੱਕ ਵਾਰ ਦੀ ਗੱਲ ਹੈ, ਉਸ ਸਮੇਂ ਅੰਬਾਂ ਦਾ ਮੌਸਮ ਸੀ। ਦੂਰੋਂ ਨੇੜਿਓਂ ਸਾਧੂ ਵਿਰਕਤ ਵਿਦਵਾਨ ਤਪਸਵੀ ਇਸ ਸੀਰੋਵਾਲ ਦੇ ਇਲਾਕੇ ਵਿੱਚ ਆ ਉਤਰੇ। ਗੰਗਾ ਜੀ, ਰਿਸ਼ੀਕੇਸ਼, ਕਾਂਚੀ, ਅਯੁੱਧਿਆ, ਮਥੁਰਾ ਆਦਿ ਤੀਰਥਾਂ ਤੋਂ ਬਹੁਤ ਸਾਰੇ ਸਾਧੂ ਆਏ, ਅੰਬ ਚੂਪਣ ਲਈ ਆਏ ਹੋਏ ਸਨ। ਇਹ ਸੀਰੋਵਾਲ ਦੇ ਇਲਾਕੇ ਵਿੱਚ ਪਿੰਡ-ਪਿੰਡ, ਘਰ-ਘਰ ਸਾਧੂ ਸੰਗ ਦਾ ਮਹਾਨ ਕੁੰਭ ਲੱਗਿਆ ਹੋਇਆ ਸੀ। ਇਹਨਾਂ ਦਿਨਾਂ ਵਿੱਚ ਜ਼ਿਆਦਾਤਰ ਕੰਨ-ਪਾਟੇ ਸਾਧੂ ਮੁੰਦਰਾਂ ਵਾਲੇ ਜੋਗੀ ਜਨ ਬਹੁਤ ਸਨ। ਦੋਨੋਂ ਸਮੇਂ ਸਤਸੰਗ ਹੁੰਦਾ। ਜੋਗੀ ਜਨ ਆਪਣੀਆਂ ਪੀਂਘਾਂ ਲੈ ਕੇ ਰੱਬੀ ਕੀਰਤਨ ਦਾ ਠਾਠ ਬੰਨ੍ਹ ਦਿੰਦੇ ਤੇ ਸਰੋਤੇ ਜਨਾਂ ਦੇ ਮਨਾਂ ਨੂੰ ਆਨੰਦਿਤ ਕਰ ਦਿੰਦੇ। ਕੀਰਤਨ ਤੋਂ ਬਾਅਦ ਵਿਦਾਂਤ ਮੱਤ ਦੀ ਕਥਾ ਵੀ ਕਰਦੇ। ਇੱਕ ਦਿਨ ਸਾਧੂਆਂ ਵਿੱਚ ਤੇ ਜੋਗੀਆਂ ਵਿੱਚ ਸਾਧੂ ਲੋਕਾਂ ਦੀ ਵਾਰਤਾ ਚੱਲ ਪਈ ਕਿ ਅੱਜ ਦੇ ਸਮੇਂ ਸੰਪੂਰਨ ਸਾਧੂ ਕੌਣ ਹੈ। ਸਾਰਿਆਂ ਨੇ ਆਪੋ ਆਪਣੇ ਖਿਆਲਾਂ ਨਾਲ ਕਿਸੇ ਨੇ ਕਿਸੇ ਦਾ ਨਾਮ ਲਿਆ, ਪਰ ਬੂਥਗੜ੍ਹ ਵਾਲੇ ਨਾਥ ਜੀ ਚੁੱਪ ਬੈਠੇ ਰਹੇ। ਕੁਝ ਸਮੇਂ ਬਾਅਦ ਜਦੋਂ ਸਾਰੇ ਆਪੋ ਆਪਣਾ ਖਿਆਲ ਦੱਸ ਚੁੱਕੇ ਤਾਂ ਸਾਰੇ ਸਾਧੂਆਂ ਨੇ ਨਾਥਾਂ ਨੇ ਮਿਲ ਕੇ ਬੂਥਗੜ੍ਹ ਵਾਲੇ ਅਸਥਾਨੀ ਮਹਾਪੁਰਸ਼ਾਂ ਨੂੰ ਪੁੱਛਿਆ ਕਿ ਨਾਥ ਜੀ, ਆਪ ਜੀ ਦੀ ਦ੍ਰਿਸ਼ਟੀ ਵਿੱਚ ਅੱਜ ਕੱਲ੍ਹ ਕੌਣ ਸੰਪੂਰਨ ਸਾਧੂ ਹੈ। ਤਾਂ ਨਾਥ ਜੀ ਕੁਝ ਸਮੇਂ ਲਈ ਨੇਤਰ ਮੁੰਦ ਹੋ ਕੇ ਚੁੱਪ ਕਰ ਰਹੇ। ਫਿਰ ਥੋੜ੍ਹੇ ਸਮੇਂ ਬਾਅਦ ਨੇਤਰ ਖੋਲ੍ਹੇ ਅਤੇ ਰਸਨਾ ਤੋਂ ਬੋਲ ਕੇ ਆਖਿਆ ਕਿ ਇਸ ਸਮੇਂ ਸਾਰੇ ਭਾਰਤ ਵਿੱਚ ਪੂਰਨ ਮਹਾਪੁਰਸ਼, ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਦੇ ਬਾਦਸ਼ਾਹ, ਪੂਰਨ ਆਤਮਦਰਸ਼ੀ, ਬ੍ਰਹਮ ਨਿਸ਼ਟੀ ਤੇ ਬ੍ਰਹਮ ਸਰੋਤੀ ਇੱਕੋ ਇੱਕ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦਾ ਹੀ ਪ੍ਰਤਾਪ ਸੰਸਾਰ ਅਤੇ ਸਾਧੂਆਂ ਪਰ ਛਾਇਆ ਹੋਇਆ ਹੈ। ਅਜੇ ਇਹ ਸਾਧੂ ਮੰਡਲੀ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਹੀ ਸਨ ਕਿ ਇਤਨੇ ਨੂੰ ਸੰਤ ਮਹਾਰਾਜ ਜੀ ਵੀ ਇੱਧਰ ਬੂਥਗੜ੍ਹ ਨਾਥ ਜੀ ਦੀ ਕੁਟੀਆ ਵੱਲ ਆ ਨਿਕਲੇ। ਉਸ ਸਮੇਂ ਸੰਤਾਂ ਦਾ ਸਰੂਪ ਸੀਸ ਪਰ ਦਸਤਾਰੇ ਉੱਪਰ ਖਾਕੀ ਚੱਦਰ ਰੱਖੀ ਹੋਈ ਸੀ, ਗਲੇ ਵਿੱਚ ਮਾਮੂਲੀ ਜਿਹੇ ਕੱਪੜੇ ਦਾ ਜੋਲਾ ਤੇ ਹੱਥ ਵਿੱਚ ਬਾਂਸ ਦਾ ਖੂੰਡਾ ਸੀ। ਸੰਤਾਂ ਦੇ ਮਗਰ ਬਾਬਾ ਗਜਨ ਸਿੰਘ ਜੀ ਆਪਣੇ ਹੱਥ ਵਿੱਚ ਪਾਣੀ ਦਾ ਗੜਵਾ ਲਈ ਤੁਰੇ ਜਾ ਰਹੇ ਸਨ। ਬਾਬਾ ਗਜਨ ਸਿੰਘ ਜੀ ਵੀ ਬਹੁਤ ਸਾਦੀ ਕਿਰਿਆ ਵਿੱਚ ਸੀ। ਇੱਕ ਸਧਾਰਨ ਜਿਹਾ ਗਲ ਵਿੱਚ ਕੁੜਤਾ, ਤੇੜ ਪਜਾਮਾ ਕਛਹਿਰਾ, ਸਿਰ ਤੇ ਮਾਮੂਲੀ ਜਿਹੀ ਦਸਤਾਰ। ਇਹ ਦਿਨ ਦਾ ਸਮਾਂ ਸੀ। ਤਕਰੀਬਨ ਦਿਨ ਦੇ 2:30 ਜਾਂ 3 ਵੱਜੇ ਹੋਏ ਸਨ ਜਦੋਂ ਕਿ ਸੰਤ ਨਾਥ ਜੀ ਕੁਟੀਆ ਆ ਗਏ। ਹੋਰ ਸਾਧੂ ਤਾਂ ਸੰਤਾਂ ਨੂੰ ਘੱਟ ਹੀ ਜਾਣਦੇ ਸਨ। ਕਿਸੇ ਨੇ ਸਮਝਿਆ ਕਿ ਇਹ ਕੋਈ ਨੇੜੇ ਪਿੰਡ ਦਾ ਸ਼ਰਧਾਲੂ ਜੱਟ ਸਿੱਖ ਹੈ, ਕਿਸੇ ਨੇ ਕੋਈ ਸਾਧ ਸਮਝਿਆ, ਕਿਸੇ ਨੇ ਕੋਈ ਸਧਾਰਨ ਸਿੱਖ ਹੀ ਸਮਝਿਆ। ਇੱਕ ਨਾਥ ਹੀ ਸਨ ਜੋ ਸੰਤਾਂ ਦੀ ਸ਼ਕਲ ਤੋਂ ਵਾਕਿਫ ਸਨ। ਜਦੋਂ ਸੰਤ ਨਾਥ ਜੀ ਦੇ ਸਾਹਮਣੇ ਆ ਗਏ ਤਾਂ ਨਾਥ ਜੀ ਅਜੇ ਸਤਿਕਾਰ ਵਾਸਤੇ ਉੱਠਣ ਹੀ ਲੱਗੇ ਸਨ ਕਿ ਸੰਤ ਮਹਾਰਾਜ ਜੀ ਪਹਿਲਾਂ ਹੀ ਨਾਥ ਜੀ ਦੇ ਚਰਨਾਂ ਵੱਲ ਝੁਕ ਗਏ, ਪਰ ਨਾਥ ਜੀ ਨੇ ਮਹਾਰਾਜ ਜੀ ਨੂੰ
ਕਲਾਵੇ ਵਿੱਚ ਲੈ ਲਿਆ। ਇਸ ਨਿਮਰਤਾ ਭਰਪੂਰ ਮਿਲਣੀ ਦਾ ਅਸਰ ਬਾਕੀ ਸਾਧੂਆਂ ਤੇ ਐਸਾ ਪਿਆ ਕਿ ਉਹਨਾਂ ਨੂੰ ਨਾਥ ਜੀ ਦੀ ਕੀਤੀ ਮਹਿਮਾ ਵਾਲੇ ਹੀ ਸੰਤ ਦਿਸਣ ਲੱਗੇ। ਤਾਂ ਆਪਸੀ ਮਿਲਣੀ ਤੋਂ ਬਾਅਦ ਹਜ਼ੂਰ ਨੇ ਨਾਥ ਜੀ ਤੋਂ ਉਹਨਾਂ ਦੇ ਨਿੱਜੀ ਜੀਵਨ ਬਾਰੇ ਪੁੱਛਿਆ। ਤਾਂ ਨਾਥ ਜੀ ਨੇ ਦੱਸਿਆ ਕਿ ਮੈਂ ਕਿਸ਼ੋਰ ਅਵਸਥਾ ਤੋਂ ਹੀ ਨਾਥਾਂ ਦਾ ਸਤਸੰਗ ਕੀਤਾ ਹੈ। ਮੇਰੇ ਗੁਰਦੇਵ ਜੋਗ ਜੀ ਸਾਰੀ ਪ੍ਰਕਿਰਿਆ ਜਾਣਦਾ ਹੈ। ਅਸੀਂ ਜਗਿਆਸੂਆਂ ਕੋਲੋਂ ਯੋਗ ਅਭਿਆਸ ਕਰਵਾਉਂਦੇ ਹੁੰਦੇ ਸੀ। ਦਾਸ ਨੇ ਵੀ ਆਪਣੇ ਗੁਰਦੇਵ ਜੀ ਦੀ ਆਗਿਆ ਅਨੁਸਾਰ ਆਤਮ ਜੀਵਨ ਦੇ ਲਾਭ ਵਾਸਤੇ ਆਤਮਕ ਅਭਿਆਸ ਦੀ ਵਿਦਿਆ ਵਿਦਾਂਤ ਵੀ ਪੜ੍ਹਿਆ। ਸ਼੍ਰੀ ਕ੍ਰਿਸ਼ਨ ਭਗਵਾਨ ਦੀ ਗੀਤਾ ਵੀ ਪੜ੍ਹੀ ਅਤੇ ਗੀਤਾ ਰਹੱਸ ਨੂੰ ਚੰਗੀ ਤਰ੍ਹਾਂ ਸਮਝਿਆ। ਤੀਰਥ ਰਟਨ ਵੀ ਬਹੁਤ ਕੀਤੇ, ਭਾਵ ਸਾਰੇ ਤੀਰਥਾਂ ਦੀ ਯਾਤਰਾ ਕੀਤੀ। ਫਿਰ ਦੇਸ ਰਟਨ ਕਰਦਿਆਂ ਹੋਇਆਂ ਇਸ ਭੂਮੀ ਪਰ ਆਇਆ। ਇਸ ਨਗਰ ਵਿੱਚ ਆ ਕੇ ਇਸ ਅੰਬ ਦੇ ਨੀਚੇ ਆਸਣ ਲਾ ਕੇ ਬੈਠ ਗਿਆ ਹਾਂ। ਹੁਣ ਮੈਂ ਵੀ ਨਿਸ਼ਚੈ ਕਰ ਲਿਆ ਹੈ ਕਿ ਮੇਰੀ ਅਖੀਰ ਦੀ ਭੂਮੀ ਇਹੋ ਹੀ ਹੈ। ਇੱਥੇ ਆ ਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਅਧਿਐਨ ਕੀਤਾ ਹੈ। ਜੋ ਆਨੰਦ ਮੈਨੂੰ ਇਸ ਬਾਣੀ ਵਿੱਚੋਂ ਪ੍ਰਾਪਤ ਹੋਇਆ ਹੈ, ਉਹ ਆਨੰਦ ਨਾ ਯੋਗ ਅਭਿਆਸ ਵਿੱਚ ਹੋਇਆ ਹੈ, ਨਾ ਹੀ ਤੀਰਥ ਯਾਤਰਾਵਾਂ ਤੋਂ ਹੋਇਆ ਹੈ ਅਤੇ ਨਾ ਹੀ ਵਿਦਾਂਤ ਦੇ ਗ੍ਰੰਥ ਪੜ੍ਹਨ ਨਾਲ ਆਇਆ ਹੈ। ਹੁਣ ਮੈਂ ਆਪਣਾ ਅਭਿਆਸ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਪੜ੍ਹਨਾ ਹੀ ਮਨ ਕੀਤਾ ਹੈ ਅਤੇ ਜੋ ਗੁਰੂ ਨਾਨਕ ਦੇਵ ਜੀ ਦਾ ਮੂਲ ਮੰਤਰ ਹੈ, ਇਹੀ ਮੇਰਾ ਅਭਿਆਸ ਹੈ। ਇਸ ਬਾਣੀ ਦੁਆਰਾ ਹੀ ਮੇਰੀ ਪਰਿਪੱਕ ਅਵਸਥਾ ਹੋ ਗਈ ਹੈ। ਮੈਂ ਨਿਸ਼ਚੈ ਕਰ ਲਿਆ ਹੈ ਕਿ ਕਲਯੁਗੀ ਜੀਵਾਂ ਦੇ ਮੁਕਤ ਕਰਨ ਵਾਸਤੇ ਹੀ ਗੁਰੂ ਨਾਨਕ ਨਿਰੰਕਾਰ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਨਾਥ ਜੀ ਤੋਂ ਆਪਣੀ ਹੱਡ ਬੀਤੀ ਸੁਣ ਕੇ ਸੰਤ ਮਹਾਰਾਜ ਆਪਣੇ ਸਿੱਖਾਂ ਸੇਵਕਾਂ ਸਮੇਤ ਡੇਰੇ ਸਤਗੜ੍ਹ ਆ ਗਏ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੇ ਇੱਕ ਸਾਧੂ ਨੂੰ ਉਸ ਦੇ ਸਤ ਮਾਰਗ ਤੇ ਤੋਰਿਆ ਤੇ ਉਸ ਨੂੰ ਮੂਲ ਮੰਤਰ ਜਪਜੀ ਸਾਹਿਬ ਅਤੇ ਸੁਖਮਨੀ ਸਾਹਿਬ ਵਿੱਚੋਂ ਹੀ ਸਾਰਾ ਕੁਝ ਮਿਲ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ